ਅੱਜ ਦੇ ਇਸ ਲੈਕਚਰ ਦੇ ਵਿੱਚ ਚਾਰ ਚੀਜ਼ਾਂ ਇੰਪੋਰਟੈਂਟ ਡਿਸਕਸ ਕਰਾਂਗੇ। ਸਭ ਤੋਂ ਪਹਿਲੀ ਚੀਜ਼ ਇਲੈਕਟ੍ਰੋਸਟੈਟਿਕਸ ਆਫ ਕੰਡਕਟਰਸ। ਦੂਜੀ ਚੀਜ਼ ਇਲੈਕਟ੍ਰਿਕ ਫੀਲਡ ਐਟ ਦੀ ਸਰਫੇਸ ਆਫ ਏ ਚਾਰਜਡ ਕੰਡਕਟਰ ਕਿੰਨਾ ਹੁੰਦਾ ਉਹ ਕੈਲਕੂਲੇਟ ਕਰਾਂਗੇ। ਤੀਜੀ ਚੀਜ਼ ਦੇਖਾਂਗੇ ਇਲੈਕਟ੍ਰੋਸਟੈਟਿਕ ਸ਼ੀਲਡਿੰਗ ਕੀ ਹੁੰਦੀ ਹੈ, ਜਿਹੜੀ ਇੱਕ ਬਹੁਤ ਇੰਪੋਰਟੈਂਟ ਪ੍ਰੋਸੈਸ ਹੈ। And lastly we will discuss about the electrostatics of dielectrics and polarization। तो शुरू करते हैं सब तो पहला कंडक्टर्स ते इंसुलेटर्स तो। छोटियां क्लासां दे विच भी तुसीं पढ़ के आए हो भी जिहड़े कंडक्टर्स ने उन्हां कोले चार्ज कैरीयर्स हुंदे आ। चार्ज कैरीयर मैटल्स दे विच इलैक्ट्रॉन्स हुंदे आ जिहड़े फ्री हुंदे आ। ਹੁਣ ਜਿਹੜੇ ਇਲੈਕਟ੍ਰੋਨ ਫਰੀ ਹੁੰਦੇ ਆ ਉਹਨਾਂ ਨੂੰ ਅਸੀਂ ਫਰੀ ਤਾਂ ਹੁੰਦੇ ਆ ਬਟ ਵਿਦਨ ਦੀ ਮੈਟਲ ਫਰੀ ਹੁੰਦੇ ਆ। ਦੇ ਕੈਨ ਨਾਟ ਗੋ ਆਊਟਸਾਈਡ ਦੀ ਮੈਟਲ। ਜਿਵੇਂ ਇੱਕ ਮੈਟਲ ਫਾਰ ਐਗਜ਼ਾਮਪਲ ਆਇਰਨ ਲੈ ਲੈਂਦੇ ਆ, ਲੋਹਾ। ਆਇਰਨ ਦੇ ਐਟਮਸ ਵਿਦਨ ਏ ਪੀਸ ਆਫ ਆਇਰਨ ਬੜੇ ਕਲੋਜ਼ਡਲੀ ਪੈਕਡ ਹੁੰਦੇ ਆ। ਤੁਸੀਂ ਪਤਾ ਹੀ ਆ ਤੁਹਾਨੂੰ ਵੀ ਆਪਾਂ ਇੱਕ ਲੋਹੇ ਦੀ ਕਿਸੇ ਪੱਤੀ ਨੂੰ ਜਾਂ ਬਲੇਡ ਨੂੰ ਮੋੜਨਾ ਔਖਾ ਹੋ ਜਾਂਦਾ। ਕਿਉਂ ਔਖਾ ਹੋ ਜਾਂਦਾ? ਬਿਕੋਜ਼ ਦੀ ਐਟਮਸ ਆਰ ਸੋ ਟਾਈਟਲੀ ਬਾਉਂਡ ਵਿਦ ਈਚ ਅਦਰ। ਹੁਣ ਜਿਹੜੇ ਉਹ ਐਟਮਸ ਦੇ ਆਲੇ ਦੁਆਲੇ ਆਊਟਰ ਸ਼ੈੱਲ ਦੇ ਵਿੱਚ ਫਰੀ ਇਲੈਕਟ੍ਰੋਨ ਨੇ, ਆਊਟਰ ਸ਼ੈੱਲ ਦੇ ਵੇਲੈਂਸ ਸ਼ੈੱਲ ਦੇ ਇਲੈਕਟ੍ਰੋਨ ਨੇ, ਦੋਜ਼ ਇਲੈਕਟ੍ਰੋਨਸ ਆਰ ਕਾਲਡ ਫਰੀ ਇਲੈਕਟ੍ਰੋਨਸ ਵਿਚ ਆਰ ਰਿਸਪੋਂਸੀਬਲ ਫਾਰ ਦੀ ਕੰਡਕਸ਼ਨ ਆਫ ਦੀ ਕਰੰਟ। ਇਸੇ ਕਰਕੇ ਮੈਟਲਸ ਨੂੰ ਅਸੀਂ ਕੰਡਕਟਰ ਕਹਿੰਦੇ ਆ। ਹੁਣ ਗੱਲ ਆਉਂਦੀ ਆ ਵੀ ਜਿਹੜੇ ਇਲੈਕਟ੍ਰੋਨਸ ਮੈਟਲ ਦੇ ਫਰੀ ਗਿਣੇ ਜਾਂਦੇ ਨੇ, ਮੰਨੇ ਜਾਂਦੇ ਨੇ, ਉਹ ਫਰੀ ਕਿਉਂ ਹੁੰਦੇ ਨੇ? ਬਿਕੋਜ਼ ਵਿਦਨ ਦੈਟ ਮੈਟਲ ਪੀਸ, ਲੋਹੇ ਦੇ ਉਸ ਟੁਕੜੇ ਦੇ ਵਿੱਚ ਉਹ ਸਾਰੇ ਫਰੀ ਹੁੰਦੇ ਆ ਇੱਧਰ ਉੱਧਰ ਘੁੰਮਣ ਲਈ। ਜਿਵੇਂ ਆਪਾਂ ਖੁੱਲ੍ਹੇ ਬਾਜ਼ਾਰ ਦੇ ਵਿੱਚ ਘੁੰਮੇ ਫਿਰਦੇ ਆ, ਉਸੇ ਤਰੀਕੇ ਨਾਲ ਕੋਈ ਕਿੱਧਰ ਨੂੰ ਜਾ ਰਿਹਾ, ਕੋਈ ਕਿੱਧਰ ਨੂੰ ਜਾ ਰਿਹਾ, ਉਹ ਸਾਰੇ ਫਰੀ ਨੇ। ਬਾਉਂਡ ਕਿਹੜੀ ਚੀਜ਼ ਆ? ਜਿਹੜੇ ਪੋਜ਼ੀਟਿਵ ਆਇਨਸ ਨੇ ਨਿਊਕਲੀਅਸ ਤੇ ਅੰਦਰਲੇ ਸ਼ੈੱਲਾਂ ਦੇ ਇਲੈਕਟ੍ਰੋਨਸ। ਇੱਕ ਤਾਂ ਇਲੈਕਟ੍ਰੋਨ ਬਾਹਰਲੀ ਸ਼ੈੱਲ ਦੇ ਹੋ ਗਏ ਜਿਹੜੇ ਫਰੀਲੀ ਮੂਵ ਕਰਦੇ ਆ, ਜਿਹੜੇ ਅੰਦਰਲੇ ਸ਼ੈੱਲਸ ਦੇ ਇਲੈਕਟ੍ਰੋਨ ਨੇ ਉਹ ਬਾਉਂਡ ਨੇ, ਉਹ ਮੂਵ ਨਹੀਂ ਕਰ ਸਕਦੇ। ਸੋ ਮੂਵ ਕਿਹੜੇ ਨਹੀਂ ਕਰ ਸਕਦੇ? ਇੱਕ ਤਾਂ ਨਿਊਕਲੀਅਸ ਨਹੀਂ ਮੂਵ ਕਰ ਸਕਦਾ। ਸੈਕੰਡਲੀ ਜਿਹੜੇ ਬਾਉਂਡ ਸ਼ੈੱਲਸ ਦੇ ਇਲੈਕਟ੍ਰੋਨ ਨੇ, ਉਹ ਇਨਰ ਸ਼ੈਲਸ ਦੇ ਇਲੈਕਟ੍ਰੋਨ ਨੇ, ਉਹ ਮੂਵ ਨਹੀਂ ਕਰ ਸਕਦੇ। ਮੂਵ ਕੌਣ ਕਰਦੇ ਆ ਵਿਦਨ ਦੀ ਮੈਟਲ? ਦੀ ਵੇਲੈਂਸ ਇਲੈਕਟ੍ਰੋਨਸ। ਅਤੇ ਵੇਲੈਂਸ ਇਲੈਕਟ੍ਰੋਨ ਕਿਵੇਂ ਮੂਵ ਕਰਦੇ ਆ? ਜਸਟ ਲਾਈਕ ਜਿਵੇਂ ਇੱਕ ਗੈਸ ਘੁੰਮੀ ਫਿਰਦੀ ਹੁੰਦੀ ਹੈ, ਗੈਸ ਮੂਵ ਕਰਦੀ ਹੈ ਜਸਟ ਲਾਈਕ ਏ ਗੈਸ। ਸੋ ਉਹੀ ਇਲੈਕਟ੍ਰੋਨ ਮੂਵ ਕਰਦੇ ਆ। ਬਟ ਇਨ ਦੀ ਕੇਸ ਆਫ ਇੰਸੂਲੇਟਰਸ, ਇੰਸੂਲੇਟਰਸ ਦੇ ਕੇਸ ਦੇ ਵਿੱਚ ਆਪਾਂ ਨੂੰ ਪਤਾ ਇਲੈਕਟ੍ਰੋਨਸ ਫਰੀ ਨਹੀਂ ਹੁੰਦੇ। ਦੇ ਕੈਨ ਨਾਟ ਮੂਵ, ਦੇ ਕੈਨ ਨਾਟ ਮੂਵ ਵਿਦਨ ਦੀ ਲੈਟਸ ਔਰ ਕੰਡਕਟ ਇਲੈਕਟ੍ਰੀਸਿਟੀ। ਸੋ ਇਸ ਲਈ ਕੰਡਕਟਰਸ ਅਤੇ ਮੈਟਲਸ ਦੇ ਵਿੱਚ ਸਾਡਾ ਇਹ ਮੇਨ ਫਰਕ ਹੈ। ਹੁਣ ਅਸੀਂ ਇਹ ਦੇਖੀਏ ਵੀ ਜੇਕਰ ਕੋਈ ਮੈਟਲ ਦਾ ਪੀਸ, ਇੱਕ ਕੰਡਕਟਰ ਇਲੈਕਟ੍ਰਿਕ ਫੀਲਡ 'ਚ ਪਿਆ ਹੋਵੇ, ਉਹ ਚਾਰਜਡ ਹੋਵੇ, ਮੈਟਲ ਦੇ ਪੀਸ ਨੂੰ ਚਾਰਜ ਕਿਵੇਂ ਕੀਤਾ ਜਾ ਸਕਦਾ? ਯੂ ਕੈਨ ਡੂ ਇਟ ਬਾਏ ਫ੍ਰਿਕਸ਼ਨ, ਯੂ ਕੈਨ ਡੂ ਇਟ ਬਾਏ ਇੰਡਕਸ਼ਨ, ਯੂ ਕੈਨ ਡੂ ਇਟ ਬਾਏ ਕੰਡਕਸ਼ਨ, ਜਿਹੜੀ ਆਪਾਂ ਪਹਿਲਾਂ ਪੜ੍ਹ ਚੁੱਕੇ ਹਾਂ ਪਿਛਲੇ ਚੈਪਟਰਸ ਦੇ ਵਿੱਚ। ਹੁਣ ਚਾਰਜਡ ਮੈਟਲ ਦਾ ਪੀਸ ਹੋਵੇ, ਜਿੱਦਾਂ ਦੀ ਮਰਜ਼ੀ ਸ਼ਕਲ ਹੋਵੇ, ਸਪੋਜ਼ ਕਰ ਲਓ ਇੱਦਾਂ ਦਾ ਸਾਡੇ ਕੋਲ ਆ ਮੈਟਲ ਦਾ ਪੀਸ ਆ ਅਤੇ ਇਹਦੇ ਉੱਤੇ ਚਾਰਜ ਆ ਸਾਰੇ ਦੇ ਉੱਤੇ, ਅਤੇ ਅਸੀਂ ਇਹ ਦੇਖਣਾ ਹੈ ਵੀ ਇਲੈਕਟ੍ਰਿਕ ਫੀਲਡ ਆ ਜਿਹੜਾ ਉਹ ਕਿੰਨਾ ਹੋਏਗਾ ਐਟ ਦੀ ਸਰਫੇਸ ਆਫ ਦੀ ਪੀਸ। ਹੁਣ ਜੇਕਰ ਇਹ ਪੀਸ 3 ਡਾਇਮੈਂਸ਼ਨਲ ਆ, ਹੈ ਤਾਂ ਵਿੰਗਾ ਟੇਢਾ, ਨਾ ਤਾਂ ਇਹ ਸਫੈਰੀਕਲ ਆ, ਨਾ ਇਹ ਸਿਲੰਡਰੀਕਲ ਆ, ਤਾਂ ਇਹਦੀ ਇੱਕ ਸਰਫੇਸ ਹੋਏਗੀ ਅਤੇ ਸਰਫੇਸ ਦੇ ਉੱਤੇ ਜਿੰਨਾ ਚਾਰਜ ਹੋਏਗਾ, ਸਪੋਜ਼ ਕਰ ਲਈਏ ਉਹਦੀ ਚਾਰਜ ਡੈਂਸਿਟੀ ਹੈ ਸਾਡੇ ਕੋਲੇ ਸਿਗਮਾ। ਸਿਗਮਾ ਦਾ ਮਤਲਬ ਦਰਅਸਲ ਇਹ ਹੁੰਦਾ ਵੀ ਕਿੰਨਾ ਚਾਰਜ ਕਿੰਨੀ ਸਰਫੇਸ ਦੇ ਉੱਤੇ ਪਿਆ। ਇਟ ਇਜ਼ ਦੀ ਅਮਾਊਂਟ ਆਫ ਚਾਰਜ ਵਿਚ ਇਜ਼ ਪ੍ਰੈਜੈਂਟ ਔਨ ਏ ਸਰਫੇਸ ਏਰੀਆ। ਇਟ ਇਜ਼ ਕਾਲਡ ਸਰਫੇਸ ਚਾਰਜ ਡੈਂਸਿਟੀ, ਜਿਹਨੂੰ ਅਸੀਂ ਆਮ ਤੌਰ 'ਤੇ ਤੁਸੀਂ ਲਿਖਦੇ ਹੋ Q ਬਾਏ ਏਰੀਆ। ਜੇ ਇਹੀ ਚਾਰਜ ਕਿਸੇ ਵੋਲੀਅਮ 'ਤੇ ਪਿਆ ਹੋਵੇ, ਅਸੀਂ ਫਿਰ ਚਾਰਜ ਓਵਰ ਵੋਲੀਅਮ ਕਹਿ ਦਿੰਦੇ ਹਾਂ। ਜੇ ਇਹੀ ਚਾਰਜ ਕਿਸੇ ਲੈਂਥ ਲਾਈਨ 'ਤੇ ਪਿਆ ਹੋਵੇ, ਫਿਰ ਅਸੀਂ ਚਾਰਜ ਓਵਰ ਲੈਂਥ ਕਹਿ ਦਿੰਦੇ ਹਾਂ। ਸੋ ਉੱਥੇ ਉਹਦੀ ਜਿਹੜੀ ਡਿਨੋਮੀਨੇਸ਼ਨ ਹੈ ਉਹਨੂੰ ਅਸੀਂ ਵੋਲੀਅਮ ਚਾਰਜ ਡੈਂਸਿਟੀ
वॉल्यूम के केस दे विच ते लीनियर चार्ज डेंसिटी लाइन के केस दे विच कह दिंदे आ। हुण देखिए भी ये असीं इलैक्ट्रिक फील्ड कढ़ना होवे तां किवें कढ़ीए। इलैक्ट्रिक फील्ड कढ़ण दे लई असीं इहदी सरफेस दे उत्ते एक सिलेंडरीकल गॉसियन सरफेस कंसिडर कर लैंदे आ। जिहड़ी सिलेंडरीकल गॉसियन सरफेस कंसिडर कर लैंदे हो आ अद्धी इहदे अंदर चली गई, अद्धी बाहर आ, सरफेस दे उत्ते चार्ज आ, इन्ना क्रॉस सैक्शन एरिया इहदा कट करदा सिलेंडर दा सरफेस नूं। इहनूं मैं कह दिंदा डी एस, जिहड़ा एरिया कट करदा लैट इट बी डी एस, डेल्टा एस सॉरी। सो डेल्टा एस गॉस थ्योरम दे अकॉर्डिंग गॉसेस ला लगाइए, ई डेल्टा एस आ जिहड़ा वो किहदे बराबर होएगा, इट विल बी इक्वल टू क्यू बाय एप्साइलन नॉट। एस एरिया के उत्ते जिहड़ा डेल्टा एस एरिया ये उत्ते असीं गॉसेस थ्योरम लाइए, गॉसेस थ्योरम की हुंदी आ, ई डॉट डी एस इक्वल टू क्यू बाई एप्साइलन नॉट। तो जेकर मैं ई डॉट डेल्टा एस इक्वल टू क्यू बाई एप्साइलन नॉट आ, एप्साइलन नॉट तो मेरा कॉन्सटेंट बाहर आ गया, थले आ गया, क्यू की वैल्यू मैं इत्थों लिख ला। हुण ये हैगी आ सरफेस मेरे कोले जिहड़ी भी है उहदा एरिया हैगा डेल्टा एस, तो क्यू कितना आ गया जी सिग्मा इंटू एरिया, एरिया मेरे को है डेल्टा एस। सो ਇਹਦਾ मतलब इत्थे सिग्मा इंटू डेल्टा एस आ गया, तो डेल्टा एस दोनों पासों मेरा कट्टिया गया। सो आई विल गैट दी इलैक्ट्रिक फील्ड वैल्यू एट दी सरफेस सिग्मा बाय एप्सिलॉन नॉट। सो दिस इज़ द इंपॉर्टेंट रिजल्ट, आप याद रखना है। हुण डायरैक्शन किधर नूं होएगी, जे तो साडा सिग्मा ग्रेटर दैन 0 है, मतलब चार्ज पॉजिटिव आ, पॉजिटिव चार्ज वास्ते चार्ज डेंसिटी ग्रेटर दैन 0 होगी, तो फिर तो इलैक्ट्रिक फील्ड की वैल्यू बाहरले पासे नूं होएगी। तो जे इफ दी सरफेस चार्ज डेंसिटी इज़ लैस दैन 0 फिर भी यह परपेंडिकुलर ही होएगी, बट इट विल बी टुवर्ड्स दी अपोजिट साइड। सो ये असीं ध्यान रखना है, इलैक्ट्रिक फील्ड विल डिपेंड अपॉन दी साइन ऑफ दी सरफेस चार्ज डेंसिटी। इफ इट इज़ पॉजिटिव दैन इलैक्ट्रिक फील्ड विल बी परपेंडिकुलरली आउटवर्ड्स, एंड इफ इट इज़ नेगेटिव इट विल बी परपेंडिकुलरली नेगेटिव, परपेंडिकुलरली डाउनवर्ड्स। हुण ये हो गया साडे कोले इलैक्ट्रिक फील्ड एट दी सरफेस ऑफ ए चार्ज कंडक्टर। माइंड इट, वी आर टॉकिंग हेयर अबाउट दी कंडक्टर्स। हुण आपां अगली चीज़ ते आउंदे आ भी आपां पहलां पढ़िया होया एक केस जिन्हों आप कहने भी चार्ज सफीयर, हॉलो चार्ज सफीयर आ जिहड़ा उहदे अंदरले पासे इनसाइड दी हॉलो सफीयर ई इज इक्वल टू 0 हुंदा। ये असीं ऑलरेडी पहला पढ़ चुके हैं। ई इक्वल टू इलैक्ट्रिक फील्ड इज 0 इनसाइड ए चार्ज सफेरिकल शैल, शैल मतलब अंदरों खाली। तो यदा हुण यूज़ की आ, इनू एक्चुअली असी मतलब ये आ भी बाहरले पासे इलैक्ट्रिक फील्ड की वैल्यू जिन्नी मर्जी होवे, चाहे हाई होवे चाहे लो होवे, जिन्नी मर्जी होवे, ये सरफेस के उत्ते चार्ज जिन्ना मर्जी होवे, चाहे कूलम का चार्ज होवे चाहे कूलम तो भी वड्डा चार्ज होवे, वैल्यू ऑफ चार्ज होवे, हाई वैल्यू ऑफ इलैक्ट्रिक फील्ड होवे, पर जे कंडक्टर अंदरले पासों हॉलो है तो अंदरले पासे इलैक्ट्रिक फील्ड का कोई असर नहीं होएगा। हुण इहदा फायदा की है, इहदा फायदा यह आ कुछ ऐदां दियां मशीनरीज़ भी हो सकदियां ने, कुछ ऐदां दियां कंडीशनस हो सकदियां ने जिन्हां नूं असीं इलैक्ट्रोस्टैटिक चार्जिस तो बचा के रखना होवे, जिन्हां नूं असीं इहो जी चीज़ां तो बचा के, जिवें हीट तो किसी चीज़ नूं बचा के रखना तो आपां फ्रिज 'च रख दिंदे आ, किसी चीज़ नूं इलैक्ट्रिसिटी तो बचा के रखना तो उन्होंने की करांगे, उन्होंने किसी हॉलो कंडक्टर दे विच रख दांगे। जे हॉलो कंडक्टर दे विच रख दिए तो उन्होंने बाहरले पासे दे चार्जिस कुछ नहीं कहणगे, चाहे कॉस्मिक रेज आई जाण, ते हॉलो कंडक्टर दे अंदरले पासे इलैक्ट्रिक फील्ड आ जिहड़ा वो एंटर नहीं करेगा। सो इस करके इलैक्ट्रिक फील्ड विल भी क्योंकि 0 हुंदा इनसाइड दे कंडक्टर, तो जिहड़ी भी चीज़ ने अंदरले पासे रहूगी इट विल बी शील्डड फ्रॉम दी आउटसाइड डिस्टरबेंसिस ऑफ दी इलैक्ट्रिक फील्ड। तो इसे लिए असी इस कंसैप्ट नूं कहने आ इलैक्ट्रोस्टैटिक शील्डिंग। शील्डिंग का मतलब हैगा बचाउणा, शील्ड का मतलब हुंदा बचा रखना, किसी चीज़ नूं इलैक्ट्रिसिटी तो बचा के रखण लई उहनूं असी हॉलो कंडक्टर च रख दईए दैन इट विल बी
ਫ੍ਰੀ ਫਰੋਮ ਇਲੈਕਟ੍ਰੋਸਟੈਟਿਕ ਇੰਟਰਫੇਰੈਂਸਿਸ। ਸੋ ਇਹਨੂੰ ਅਸੀਂ ਕਹਿ ਦਿੰਦੇ ਆ ਵੀ ਇਹ ਇਲੈਕਟ੍ਰੋਸਟੈਟਿਕ ਸ਼ੀਲਡਿੰਗ ਹੈ। ਹੁਣ ਅਸੀਂ ਆਉਂਦੇ ਹਾਂ ਸਾਡੇ ਅਗਲੇ ਮੋਸਟ ਇੰਪੋਰਟੈਂਟ ਕਨਸੈਪਟ ਦੇ ਉੱਤੇ, ਡਾਇਲੈਕਟ੍ਰਿਕਸ ਐਂਡ ਪੋਲਰਾਈਜੇਸ਼ਨ। ਡਾਇਲੈਕਟ੍ਰਿਕਸ ਕੀ ਹੁੰਦੇ ਨੇ, ਨਵਾਂ ਨਾਂ ਹੈ ਤੋ ਇਹਨੂੰ ਸਮਝ ਲਈਏ। ਡਾਈ ਇਲੈਕਟ੍ਰਿਕਸ ਉਹ ਸਰਫੇਸਿਸ ਜਿਹਦੇ ਉੱਤੇ ਦੋ ਤਰੀਕੇ ਦੇ ਚਾਰਜਸ ਹੋਣ। ਦੋ ਚਾਰਜਸ ਕਿਹੜੇ ਤਰੀਕੇ ਹੁੰਦੇ ਆ, ਇੱਕ ਨੈਗੇਟਿਵ ਜਾਂ ਇੱਕ ਪੋਜ਼ਿਟਿਵ। ਜੇਕਰ ਕਿਸੇ ਇੱਕੋ ਹੀ ਸਰਫੇਸ ਦੇ ਉੱਤੇ ਦੋਨੇ ਚਾਰਜਸ ਆ ਜਾਣ ਤਾਂ ਉਹਨੂੰ ਅਸੀਂ ਡਾਇਲੈਕਟ੍ਰਿਕਸ ਕਹਿ ਦਿੰਦੇ ਹਾਂ। ਡਾਇਲੈਕਟ੍ਰਿਕਸ ਮੋਸਟਲੀ ਸਾਡੇ ਕੋਲੇ ਇਨਸੂਲੇਟਰਸ ਹੁੰਦੇ ਆ। ਇਨਸੂਲੇਟਰ ਮਟੀਰੀਅਲਸ ਨੂੰ ਅਸੀਂ ਡਾਇਲੈਕਟ੍ਰਿਕ ਦੇ ਤੌਰ ਤੇ ਯੂਜ਼ ਕਰਦੇ ਹਾਂ। ਹੁਣ ਇਹਦੇ ਪਿੱਛੇ ਜਿਹੜੀ ਫਿਜ਼ਿਕਸ ਆ ਉਹ ਪੜ੍ਹੀਏ ਵੀ ਇਹਨਾਂ ਨੂੰ ਕਿਉਂ ਅਸੀਂ ਚੂਜ਼ ਕੀਤਾ ਤੇ ਇਹਨਾਂ ਦਾ ਫਾਇਦਾ ਸਾਨੂੰ ਕੀ ਹੈ। ਸਭ ਇਸ ਚੀਜ਼ ਨੂੰ ਸਮਝਣ ਦੇ ਲਈ ਡੀਪਲੀ ਸਾਨੂੰ ਇਹ ਪੜ੍ਹਨਾ ਪਏਗਾ ਪਹਿਲਾਂ ਵੀ ਕੁਛ ਮਟੀਰੀਅਲਸ ਸਾਡੇ ਕੋਲੇ ਪੋਲਰ ਹੁੰਦੇ ਨੇ ਤੇ ਕੁਝ ਹੁੰਦੇ ਆ ਜੀ ਨੌਨ ਪੋਲਰ। ਕਿੱਦਾਂ ਦੀ ਗੱਲ ਹੈ, ਪੋਲਰ ਕੌਣ ਹੁੰਦੇ ਆ ਤੇ ਨੌਨ ਪੋਲਰ ਕੌਣ ਹੁੰਦੇ ਆ? ਤੁਸੀਂ ਕੈਮਿਸਟਰੀ ਦੇ ਵਿੱਚ ਵੀ ਥੋੜ੍ਹਾ ਜਿਹਾ ਇਹਦੇ ਬਾਰੇ ਪੜ੍ਹਿਆ ਹੋਏਗਾ। ਪੋਲਰ ਸਬਸਟੈਂਸ ਉਹ ਹੁੰਦੇ ਨੇ ਜਿਨ੍ਹਾਂ ਦਾ ਮੋਲੀਕਿਊਲ ਦੇ ਵਿੱਚ ਪੋਲਸ ਬਣੇ ਹੋਣ। ਜਸਟ ਲਾਈਕ ਜਿਵੇਂ HCl ਦੀ ਗੱਲ ਕਰ ਲਈਏ, ਕੈਮਿਸਟਰੀ ਦੇ ਵਿੱਚ ਤੁਸੀਂ ਇਹ ਪੜ੍ਹ ਲੈਂਦੇ ਹੋ ਆਮ ਤੌਰ ਤੇ ਵੀ ਇੱਧਰਲੇ ਪਾਸੇ ਨੈਗੇਟਿਵ ਇਲੈਕਟ੍ਰੋਨ ਕਲਾਊਡ ਇਕੱਠਾ ਹੋ ਜਾਂਦਾ, ਇੱਧਰਲੇ ਪਾਸੇ ਪੋਜ਼ਿਟਿਵ ਇਲੈਕਟ੍ਰੋਨ ਕਲਾਊਡ ਇਕੱਠਾ ਹੋ ਜਾਂਦਾ, ਐਂਡ ਦੀ ਮੋਲੀਕਿਊਲ ਐਜ਼ ਏ ਹੋਲਸ ਬਿਹੇਵਸ ਲਾਈਕ ਏ ਪੋਲਰ ਮੋਲੀਕਿਊਲਸ। ਪੋਲਰ ਮਤਲਬ ਜਿਹਦੇ ਵਿੱਚ ਦੋ ਪੋਲ ਬਣੇ ਹੋਣ ਅਲੱਗ-ਅਲੱਗ ਚਾਰਜਸ ਦੇ। ਨੈਗੇਟਿਵ ਚਾਰਜ ਤੇ ਪੋਜ਼ਿਟਿਵ ਚਾਰਜ ਥੋੜ੍ਹੇ ਥੋੜ੍ਹੇ ਇੱਕ ਦੂਜੇ ਤੋਂ ਪਰੇ ਹੋਣ, ਉਹਨਾਂ ਨੂੰ ਅਸੀਂ ਪੋਲਰ ਕਹਿ ਦਿੰਦੇ ਹਾਂ। ਅਤੇ ਦੋਨੇ ਚਾਰਜ ਬਰਾਬਰ ਹੁੰਦੇ ਨੇ ਤੇ ਇਕੁਅਲ ਐਂਡ ਅਪੋਜ਼ਿਟ ਚਾਰਜਸ ਸੈਪਰੇਟਡ ਬਾਏ ਸਮ ਡਿਸਟੈਂਸ ਕੀ ਬਣ ਗਿਆ, ਇਹ ਡਾਈਪੋਲ ਬਣ ਗਿਆ। ਜੇ ਡਾਈਪੋਲ ਬਣ ਗਿਆ ਤਾਂ ਡਾਈਪੋਲ ਦੀ ਡਾਈਪੋਲ ਮੂਵਮੈਂਟ ਹੁੰਦੀ ਆ। ਤਾਂ ਇਹਦਾ ਮਤਲਬ ਇਹ ਹੋਇਆ ਵੀ ਜਿਹੜੇ ਵੀ ਪੋਲਰ ਮੋਲੀਕਿਊਲਸ ਹੋਣਗੇ, ਜਸਟ ਲਾਈਕ ਜੇ HCl ਦੀ ਗੱਲ ਕਰੀਏ, ਚਾਹੇ ਵਾਟਰ ਮੋਲੀਕਿਊਲ ਦੀ ਗੱਲ ਕਰੀਏ, ਇਹ ਵੀ ਪੋਲਰ ਆ। ਵਾਟਰ ਦੇ ਵਿੱਚ ਆਕਸੀਜਨ ਉੱਪਰ ਹੁੰਦੀ ਆ ਤੇ ਜਿਹੜੀ ਹਾਈਡਰੋਜਨ ਆ ਉਹ ਇਹਦੇ ਦੋਨੇ ਪਾਸੇ ਇੱਦਾਂ ਲੱਗੀ ਹੁੰਦੀ ਆ। ਤੇ ਆਹ ਵਾਲੀ ਚੀਜ਼ ਸਾਡੇ ਕੋਲ ਆਹ ਹਾਈਡਰੋਜਨ ਹੋ ਗਈਆਂ ਦੋਨੇ, ਆਹ ਆਕਸੀਜਨ ਹੋ ਗਈ ਤੇ ਆਕਸੀਜਨ ਨੈਗੇਟਿਵ ਆ, ਦੋਨੇ ਪੋਜ਼ਿਟਿਵ ਆ। ਤਾਂ ਡਾਊਨਵਰਡਸ ਦੇਅਰ ਵਿਲ ਬੀ ਏ ਡਾਈਪੋਲ ਮੂਵਮੈਂਟ। ਸੋ ਇਸੇ ਤਰ੍ਹਾਂ ਸਾਡੇ ਕੋਲ HCl ਦੇ ਵਿੱਚ ਨੈਗੇਟਿਵ ਚਾਰਜ ਤੋਂ ਪੋਜ਼ਿਟਿਵ ਚਾਰਜ ਵਾਲੇ ਪਾਸੇ ਇਹ ਨੈਟ ਡਾਈਪੋਲ ਮੂਵਮੈਂਟ ਐਗਜ਼ਿਸਟ ਕਰਦੀ ਆ। ਹੁਣ ਜੇ ਡਾਈਪੋਲ ਮੂਵਮੈਂਟ ਐਗਜ਼ਿਸਟ ਕਰਦੀ ਆ, ਇਹ ਆਪਾਂ ਉਦੋਂ ਦੀ ਗੱਲ ਕੀਤੀ ਆ ਵੀ ਇਹ ਕੁਦਰਤੀ ਤੌਰ 'ਤੇ ਹੀ ਇੱਦਾਂ ਹੁੰਦੇ ਆ, ਇਹਨੂੰ ਕਿਸੇ ਨੇ ਅਲੱਗ-ਅਲੱਗ ਨਹੀਂ ਕੀਤਾ। ਇਹ ਕੁਦਰਤੀ ਤੌਰ 'ਤੇ ਹੀ ਪੋਲਰ ਮਿਲਦੇ ਨੇ ਕੁਦਰਤ ਦੇ ਵਿੱਚ ਐਜ਼ ਇਟ ਇਜ਼। ਇਹਨਾਂ ਨੂੰ ਅਸੀਂ ਪੋਲਰ ਮੋਲੀਕਿਊਲਸ ਕਹਿ ਦਿੰਦੇ ਹਾਂ। ਸੋ ਇਹਨਾਂ ਦੀ ਨੈਟ ਡਾਈਪੋਲ ਮੂਵਮੈਂਟ ਹੁੰਦੀ ਆ ਵਿਦਾਊਟ ਐਨੀ ਇੰਟਰਫੇਰੈਂਸ, ਬਿਨਾਂ ਇੰਡਕਸ਼ਨ ਤੋਂ, ਬਿਨਾਂ ਕੰਡਕਸ਼ਨ ਤੋਂ, ਬਿਨਾਂ ਕਿਸੇ ਇਲੈਕਟ੍ਰਿਕ ਫੀਲਡ ਤੋਂ। ਹੁਣ ਆ ਜੀ ਇਹ ਨੌਨ ਪੋਲਰ ਮੋਲੀਕਿਊਲਸ ਦੀ ਗੱਲ ਕਰ ਲਈਏ। ਉਹ ਸਬਸਟੈਂਸ ਜਿਹੜੇ ਨੌਨ ਪੋਲਰ ਮੋਲੀਕਿਊਲਸ ਦੇ ਬਣੇ ਹੋਏ ਆ, ਜਿਵੇਂ ਹਾਈਡਰੋਜਨ ਗੈਸ। ਹਾਈਡਰੋਜਨ ਗੈਸ ਦੇ ਵਿੱਚ ਜਿਹੜਾ ਇਹਦਾ ਜੇ ਤੁਸੀਂ ਮੋਲੀਕਿਊਲ ਦੇਖੋ ਤਾਂ ਜੇ ਪਹਿਲੀ ਹਾਈਡਰੋਜਨ ਆਹ ਤਾਂ ਦੂਜੀ ਵੀ ਇਹਦੇ ਉੱਤੇ ਹੀ ਪਈ ਆ। ਦੋਨੇ ਹਾਈਡਰੋਜਨਾਂ ਦਾ ਜਿਹੜਾ ਸੈਂਟਰ ਆ ਇਟ ਇਜ਼ ਐਟ ਦੀ ਸੇਮ ਪੁਆਇੰਟ। ਸੋ ਵਨ ਹਾਈਡਰੋਜਨ ਇਜ਼ ਓਵਰਲੈਪਿੰਗ ਔਨ ਦੀ ਅਦਰ, ਅਨਲਾਈਕ ਵਾਟਰ ਮੋਲੀਕਿਊਲ ਔਰ HCl ਦੇ ਵਿੱਚ ਕਿੱਦਾਂ ਦਾ ਹੋਏਗਾ ਮੋਲੀਕਿਊਲ, ਇੱਕ ਜੇ ਕਲੋਰੀਨ ਸਾਡੀ ਇੱਥੇ ਆ ਦੈਨ ਹਾਈਡਰੋਜਨ ਵਿਲ ਬੀ ਹੇਅਰ। ਸੋ ਇੱਧਰਲੇ ਪਾਸੇ ਨੂੰ ਸਾਡੀ ਨੈਟ ਡਾਈਪੋਲ ਥੋੜ੍ਹੇ ਇੱਕ ਦੂਜੇ ਤੋਂ ਪਰੇ ਨੇ। ਕਲੋਰੀਨ ਨੈਗੇਟਿਵ ਆ, ਹਾਈਡਰੋਜਨ ਪੋਜ਼ਿਟਿਵ ਆ, ਸੋ ਡਾਈਪੋਲ ਮੂਵਮੈਂਟ ਨੈਗੇਟਿਵ ਟੂ ਪੋਜ਼ਿਟਿਵ ਇੱਧਰ ਨੂੰ ਐਗਜ਼ਿਸਟ ਕਰੂਗੀ। ਨੌਨ ਪੋਲਰ ਦੇ ਵਿੱਚ ਜਿਹੜੇ ਇਹਨਾਂ ਦੇ ਸੈਂਟਰਸ ਆਫ ਪੋਜ਼ਿਟਿਵ ਚਾਰਜਸ ਨੇ, ਦੋਨੇ ਮੋਲੀਕਿਊਲਸ ਨੇ ਉਹ ਸੇਮ ਪੁਆਇੰਟ 'ਤੇ ਲਾਈ ਕਰਦੇ ਆ। ਸੋ ਇਹਦਾ ਮਤਲਬ ਕੀ ਹੋਇਆ ਬਈ ਇਹ ਨੌਨ ਪੋਲਰ ਆ। ਇਹੀ ਕੇਸ ਆ ਸਾਡੇ ਕੋਲੇ ਕਾਰਬਨ ਡਾਈਆਕਸਾਈਡ ਦਾ। ਕਾਰਬਨ ਡਾਈਆਕਸਾਈਡ ਦੇ ਵਿੱਚ ਕਾਰਬਨ ਵਿਚਾਲੇ ਆ ਤੇ ਆਕਸੀਜਨ ਇਹਦੇ ਆਲੇ ਦੁਆਲੇ ਹੈ। ਸੋ ਦਿਸ ਇਜ਼ ਕਾਰਬਨ, ਆਕਸੀਜਨ ਆਲੇ ਦੁਆਲੇ ਆ। ਪਰ ਜਿਹੜਾ ਇਹਨਾਂ ਦਾ ਚਾਰਜਸ ਦਾ ਸੈਂਟਰ ਆ ਉਹ ਸਾਡੇ ਕੋਲੇ ਸੇਮ ਪੁਆਇੰਟ 'ਤੇ ਲਾਈ ਕਰਦਾ ਐਂਡ ਦੀ ਨੈਟ ਡਾਈਪੋਲ ਮੂਵਮੈਂਟ ਇਜ਼ 0। ਸੋ ਇਹ ਹੁੰਦੇ ਆ ਸਾਡੇ ਨੌਨ ਪੋਲਰ ਮੋਲੀਕਿਊਲਸ ਤੇ ਇਹ ਹੁੰਦੇ ਆ ਸਾਡੇ
ਪੋਲਰ ਮੋਲੀਕਿਊਲਸ। ਹੁਣ ਜਿਹੜੇ ਨੌਨ ਪੋਲਰ ਮੋਲੀਕਿਊਲਸ ਨੇ ਇੱਦਾਂ ਦੇ ਹੋਰ ਵੀ ਕਈ ਅਣਗਿਣਤ ਨੇ, ਤਾਂ ਉਹ ਸਾਰਿਆਂ ਨੂੰ ਅਸੀਂ ਕੀ ਕਹਿ ਦਿੰਦੇ ਆ, ਡਾਈਲੈਕਟ੍ਰਿਕਸ ਕਹਿ ਦਿੰਦੇ ਆ। ਇਹ ਕੰਡਕਟ ਨਹੀਂ ਕਰਦੇ, ਕੰਡਕਟ ਨਹੀਂ ਕਰਦੇ, ਇਨਸੂਲੇਟਰ ਨੇ। ਅਸੀਂ ਇਹ ਕਿਉਂ ਪੜ੍ਹ ਰਹੇ ਹਾਂ? ਡਾਈਲੈਕਟ੍ਰਿਕਸ ਦੀ ਪੜ੍ਹਨ ਦੀ ਸਾਨੂੰ ਲੋੜ ਕੀ ਪਈ? ਡਾਈਲੈਕਟ੍ਰਿਕਸ ਦੀ ਪੜ੍ਹਨ ਦੀ ਲੋੜ ਪਤਾ ਲੱਗੂਗੀ ਅਗਲੇ ਲੈਕਚਰ ਦੇ ਵਿੱਚ, ਜਦੋਂ ਆਪਾਂ ਕਪੈਸਿਟੈਂਸ ਪੜ੍ਹਨੀ ਸਟਾਰਟ ਕੀਤੀ। ਕਪੈਸਿਟੈਂਸ ਦੇ ਵਿੱਚ ਇਹਨਾਂ ਦਾ ਬੜਾ ਇੰਪੋਰਟੈਂਟ ਰੋਲ ਆ। ਉਹ ਸਮਝਣ ਦੇ ਲਈ ਜਿਹੜਾ ਦਾ ਰੋਲ ਉੱਥੇ ਕਪੈਸਿਟਰ ਦੇ ਵਿੱਚ ਆ, ਉਹਨੂੰ ਸਮਝਣ ਦੇ ਲਈ ਸਾਨੂੰ ਆ ਡਾਈਲੈਕਟ੍ਰਿਕ ਪੜ੍ਹਨਾ ਪੈਣਾ ਵੀ ਇਹਨੂੰ ਜਦੋਂ ਅਸੀਂ ਇਲੈਕਟ੍ਰਿਕ ਫੀਲਡ 'ਚ ਰੱਖਦੇ ਹਾਂ ਤਾਂ ਕੀ ਹੁੰਦਾ। ਹੁਣ ਜਦੋਂ ਅਸੀਂ ਕਿਸੇ ਨੌਨ ਪੋਲਰ ਮੋਲੀਕਿਊਲ ਨੂੰ ਚਾਹੇ ਪੋਲਰ ਮੋਲੀਕਿਊਲ ਨੂੰ ਐਕਸਟਰਨਲ ਇਲੈਕਟ੍ਰਿਕ ਫੀਲਡ ਦੇ ਵਿੱਚ ਰੱਖਦੇ ਹਾਂ ਤਾਂ ਉਦੋਂ ਉਹਦੇ ਉੱਤੇ ਕੀ ਫਰਕ ਪੈਂਦਾ, ਉਹ ਹੁਣ ਅਸੀਂ ਦੇਖਣ ਲੱਗੇ ਹਾਂ। ਸਪੋਜ਼ ਕਰ ਲਈਏ ਮੇਰੇ ਕੋਲੇ ਇੱਥੇ ਇੱਕ ਪੀਸ ਆ ਜਿਹੜਾ ਨੌਨ ਪੋਲਰ ਮੋਲੀਕਿਊਲ ਦਾ, ਨੌਨ ਪੋਲਰ ਮੋਲੀਕਿਊਲ ਦਾ ਪੀਸ ਆ। ਇਟ ਇਜ਼ ਨੌਨ ਕੰਡਕਟਿੰਗ, it is insulator at room temperature, it is insulator in the absence of external electric field or in the presence of electric field, insulator ਹੀ ਹੈ। ਬਟ ਇਹ ਵੀ ਤਾਂ ਐਟਮਸ ਦਾ ਬਣਿਆ ਹੋਇਆ, ਮੋਲੀਕਿਊਲਸ ਦਾ ਬਣਿਆ ਹੋਇਆ। ਜੇ ਐਟਮਸ ਦਾ ਬਣਿਆ ਹੋਇਆ ਤਾਂ ਇਹਦੇ ਵਿੱਚ ਨਿਊਕਲੀਅਸ ਵੀ ਆ ਤੇ ਐਂਡ ਇਹਦੇ ਆਲੇ ਦੁਆਲੇ ਇਲੈਕਟ੍ਰੋਨਸ ਵੀ ਘੁੰਮਦੇ ਨੇ। ਹੁਣ ਜੇ ਨਿਊਕਲੀਅਸ ਵੀ ਆ ਤੇ ਇਲੈਕਟ੍ਰੋਨਸ ਵੀ ਘੁੰਮਦੇ ਨੇ ਤਾਂ ਇਹਦਾ ਮਤਲਬ ਇਹ ਹੋਇਆ ਵੀ ਜੇਕਰ ਜੇ ਇਹ ਨੌਨ ਪੋਲਰ ਆ ਤਾਂ ਜਿੱਥੇ ਜਿੱਥੇ ਪੋਜ਼ਿਟਿਵ ਆ ਉੱਥੇ ਹੀ ਉਹਦਾ ਸੈਂਟਰ ਨੈਗੇਟਿਵ ਦਾ, ਤੇ ਇਸ ਕਰਕੇ ਇਹ ਕੋਈ ਇਹਦੀ ਡਾਈਪੋਲ ਮੂਵਮੈਂਟ ਨਹੀਂ ਹੋਏਗੀ। ਪੋਜ਼ਿਟਿਵ ਚਾਰਜ ਨੈਗੇਟਿਵ ਚਾਰਜ ਇੱਕ ਦੂਜੇ ਨੂੰ ਬਰਾਬਰ ਨੇ, ਕੈਂਸਲ ਕਰਨਗੇ। ਦੇਅਰ ਵਿਲ ਬੀ ਨੋ ਨੈਟ ਡਾਈਪੋਲ ਮੂਵਮੈਂਟ ਇਨ ਦੀ ਐਬਸੈਂਸ ਆਫ ਇਲੈਕਟ੍ਰਿਕ ਫੀਲਡ। ਸੋ ਪੋਜ਼ਿਟਿਵ ਚਾਰਜ ਵੀ ਉੱਥੇ ਹੀ ਆ, ਨੈਗੇਟਿਵ ਵੀ, ਸੈਂਟਰ ਵੀ ਉੱਥੇ ਹੀ ਆ। ਪਰ ਜਿਉਂ ਹੀ ਮੈਂ ਇਹਨੂੰ ਇਲੈਕਟ੍ਰਿਕ ਫੀਲਡ 'ਚ ਰੱਖਦਾ, ਸਪੋਜ਼ ਕਰ ਲਈਏ ਮੈਂ ਇਹਦਾ ਇਲੈਕਟ੍ਰਿਕ ਫੀਲਡ ਇੱਧਰਲੇ ਪਾਸੇ ਨੂੰ ਲਾਤਾ। ਜੇ ਇਲੈਕਟ੍ਰਿਕ ਫੀਲਡ ਇੱਧਰਲੇ ਪਾਸੇ ਨੂੰ ਲਾਤਾ, ਇਹਦਾ ਮਤਲਬ ਇੱਧਰਲੇ ਪਾਸੇ ਮੇਰੀ ਕਿਤੇ ਪੋਜ਼ਿਟਿਵ ਪਲੇਟ ਰੱਖਤੀ ਮੈਂ, ਇੱਧਰਲੇ ਪਾਸੇ ਕਿਤੇ ਨੈਗੇਟਿਵ ਚਾਰਜ ਦੀ ਪਲੇਟ ਰੱਖਤੀ। ਇਲੈਕਟ੍ਰਿਕ ਫੀਲਡ ਉਹਦੇ ਵਿਚਾਲੇ ਆ ਜਿਹੜਾ ਹੋਇਆ ਇਸ ਤਰੀਕੇ ਨਾਲ ਚੱਲਣ ਲੱਗ ਗਿਆ। ਹੁਣ ਜੇ ਇੱਧਰ ਨੂੰ ਇਲੈਕਟ੍ਰਿਕ ਫੀਲਡ ਆ ਤਾਂ ਜਿਹੜੇ ਪੋਜ਼ਿਟਿਵ ਨੈਗੇਟਿਵ ਚਾਰਜ ਪਹਿਲਾਂ ਜਸਟ ਇੱਕ ਦੂਜੇ ਨੂੰ ਓਵਰਲੈਪ ਕਰਦੇ ਸੀਗੇ, ਉਹ ਕੀ ਕਰਨਗੇ, ਪੋਜ਼ਿਟਿਵ ਚਾਰਜ ਥੋੜ੍ਹਾ ਜਿਹਾ ਪਰਲੇ ਪਾਸੇ ਨੂੰ ਹੋ ਜਾਏਗਾ ਤੇ ਨੈਗੇਟਿਵ ਚਾਰਜ ਪੋਜ਼ਿਟਿਵ ਪਲੇਟ ਵਾਲੇ ਪਾਸੇ ਨੂੰ ਹੋ ਜਾਏਗਾ। ਸੋ ਆਈ ਵਿਲ ਰੀਡਰਾ ਦਿਸ ਅਸੈਂਬਲੀ ਆਫ ਪੋਜ਼ਿਟਿਵ ਐਂਡ ਨੈਗੇਟਿਵ ਚਾਰਜਸ। ਸੋ ਕਿੱਦਾਂ ਦਾ ਹੋ ਜਾਊਗਾ, ਖਿੱਚੇ ਜਾਣਗੇ, ਪੋਜ਼ਿਟਿਵ ਨੈਗੇਟਿਵ ਚਾਰਜਸ ਖਿੱਚੇ ਜਾਣਗੇ ਤੇ ਮੋਲੀਕਿਊਲ ਮੇਰੇ ਕੋਲ ਇੱਦਾਂ ਦਾ ਬਣ ਜਾਏਗਾ। ਇਸੇ ਤਰ੍ਹਾਂ ਹੀ ਇੱਧਰ ਨੈਗੇਟਿਵ ਤੇ ਪੋਜ਼ਿਟਿਵ, ਇਸੇ ਤਰ੍ਹਾਂ ਹੀ ਅਗਲਾ ਮੋਲੀਕਿਊਲ ਨੈਗੇਟਿਵ ਪੋਜ਼ਿਟਿਵ, ਇਸੇ ਤਰ੍ਹਾਂ ਹੀ ਇੱਥੇ ਵਾਲਾ ਮੋਲੀਕਿਊਲ ਨੈਗੇਟਿਵ ਪੋਜ਼ਿਟਿਵ, ਇਸੇ ਤਰ੍ਹਾਂ ਹੀ ਇੱਥੇ ਵਾਲਾ ਮੋਲੀਕਿਊਲ ਨੈਗੇਟਿਵ ਪੋਜ਼ਿਟਿਵ। ਸੋ ਲਾਈਕਵਾਈਜ਼ ਸਾਰੇ ਮੋਲੀਕਿਊਲ ਆ ਜਿਹੜੇ ਇੱਥੇ ਤਾਂ ਆਪਾਂ ਹੁਣ ਸਾਰੇ ਬਣਾ ਨਹੀਂ ਸਕਦੇ ਜਿੰਨੇ ਟੋਟਲ ਹੁੰਦੇ ਆ। ਤੁਸੀਂ ਐਵੋਗੈਡਰੋ ਹਾਈਪੋਥੇਸਿਸ ਦੇ ਵਿੱਚ ਪੜ੍ਹ ਸਕਦੇ ਹੋ ਵੀ 1 ਸੈਂਟੀਮੀਟਰ ਸਕੁਏਅਰ ਦੇ ਵਿੱਚ ਕਿੰਨੇ ਮੋਲੀਕਿਊਲਸ ਆਉਂਦੇ ਆ। ਤਾਂ ਮਾਈਨਸ ਪਲੱਸ ਇਹ ਥੋੜ੍ਹੇ ਥੋੜ੍ਹੇ ਖਿੱਚੇ ਗਏ, ਸਟਰੈਚ ਹੋ ਗਏ, ਸਟ੍ਰੇਨ ਪੈਦਾ ਹੋ ਗਈ, ਸਟ੍ਰੈਸ ਲਗਾਈ ਗਈ ਤੇ ਸਟ੍ਰੇਨ ਪੈਦਾ ਹੋ ਗਈ। ਕੀ ਹੋਊਗਾ ਇਹ ਇਨ ਦੀ ਪ੍ਰੈਜ਼ੈਂਸ ਆਫ ਇਲੈਕਟ੍ਰਿਕ ਫੀਲਡ। ਹੁਣ ਜਿਹੜਾ ਇਹਦਾ ਪੋਜ਼ਿਟਿਵ ਤੇ ਇਹਦਾ ਨੈਗੇਟਿਵ, ਇਹਦਾ ਪੋਜ਼ਿਟਿਵ ਤੇ ਅਗਲੇ ਮੋਲੀਕਿਊਲ ਦਾ ਨੈਗੇਟਿਵ, ਇਹ ਆਪਸ ਦੇ ਵਿੱਚ ਨਿਊਟਰਲਾਈਜ਼ ਹੋ ਜਾਂਦੇ। ਐਂਡ ਤੇ ਸਾਡੇ ਕੋਲੇ ਕੀ ਬਚ ਗਿਆ, ਐਂਡ ਤੇ ਸਾਡੇ ਕੋਲੇ ਦੋਨੇ ਪਾਸੇ, ਇੱਧਰਲੇ ਪਾਸੇ ਪੋਜ਼ਿਟਿਵ ਸਰਫੇਸ ਚਾਰਜ ਡੈਂਸਿਟੀ ਬਚ ਗਈ, ਇੱਧਰਲੇ ਪਾਸੇ ਨੈਗੇਟਿਵ ਸਰਫੇਸ ਚਾਰਜ ਡੈਂਸਿਟੀ ਬਣ ਗਈ। ਤਾਂ ਰਿਜ਼ਲਟਿੰਗ ਜਿਹੜਾ ਪੀਸ ਹੋਏਗਾ, ਜਦੋਂ ਡਾਈਲੈਕਟ੍ਰਿਕ ਦੇ ਪੀਸ ਨੂੰ ਅਸੀਂ ਇਲੈਕਟ੍ਰਿਕ ਫੀਲਡ ਦੇ ਵਿੱਚ ਰੱਖ ਲਿਆ ਤਾਂ ਇੱਧਰਲੇ ਪਾਸੇ ਮੇਰੇ ਕੋਲੇ ਕੀ ਬਚ ਗਿਆ, ਨੈਗੇਟਿਵ ਚਾਰਜ ਡੈਂਸਿਟੀ ਬਚ ਗਈ, ਇੱਧਰਲੇ ਪਾਸੇ ਬਚ ਗਿਆ ਪੋਜ਼ਿਟਿਵ ਚਾਰਜ ਡੈਂਸਿਟੀ। ਹੁਣ ਅਸੀਂ ਇੱਥੇ ਕਿਹੜੀ ਚੀਜ਼ ਨੂੰ ਡਿਸਕਸ ਕਰਾਂਗੇ, ਉਹ ਡਾਈਲੈਕਟ੍ਰਿਕਸ, ਉਹ ਨੌਨ ਪੋਲਰ ਮੋਲੀਕਿਊਲਸ ਦੀ ਗੱਲ ਕਰਾਂਗੇ ਜਿਹਦੇ ਵਿੱਚ ਜਿਹੜੀ ਪੋਲਰਾਈਜੇਸ਼ਨ ਹੁੰਦੀ ਆ ਇਟ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਦੀ ਅਪਲਾਈਡ ਇਲੈਕਟ੍ਰਿਕ ਫੀਲਡ। ਸੈਕੰਡਲੀ, ਜਿੱਧਰਲੇ ਪਾਸੇ ਨੂੰ ਇਲੈਕਟ੍ਰਿਕ ਫੀਲਡ ਲਗਾਇਆ ਗਿਆ ਇਹਦੀ ਜਿਹੜੀ ਪੋਲਰਾਈਜੇਸ਼ਨ ਦੀ ਡਾਈਪੋਲ ਮੂਵਮੈਂਟ ਆਉਂਦੀ ਆ ਉਹ ਵੀ ਉੱਧਰਲੇ ਪਾਸੇ ਨੂੰ ਹੀ ਹੋਵੇ। ਹੁਣ ਦੇਖੋ ਆਪਾਂ ਇਲੈਕਟ੍ਰਿਕ ਫੀਲਡ ਇੱਧਰ ਨੂੰ ਲਾਇਆ ਤੇ ਨੈਗੇਟਿਵ ਤੇ ਪੋਜ਼ਿਟਿਵ ਚਾਰਜਸ ਜਿਹੜੇ ਡਾਈਪੋਲਸ ਹੋ ਗਏ, ਇਹਨਾਂ ਦੀ ਇਲੈਕਟ੍ਰਿਕ ਫੀਲਡ ਵੀ ਉੱਧਰਲੇ ਪਾਸੇ ਨੂੰ ਹੀ ਹੈ। ਸੌਰੀ, ਇਹਨਾਂ ਦੀ ਡਾਈਪੋਲ ਮੂਵਮੈਂਟ ਵੀ ਉੱਧਰਲੇ ਪਾਸੇ ਨੂੰ ਹੀ ਆ। ਡਾਈਪੋਲ ਮੂਵਮੈਂਟ ਤੇ ਇਲੈਕਟ੍ਰਿਕ ਫੀਲਡ ਡਿਵੈਲਪ ਹੋਈ ਸੇਮ ਡਾਇਰੈਕਸ਼ਨ ਦੇ ਵਿੱਚ। ਇੱਦਾਂ ਦੇ ਡਾਇਲੈਕਟ੍ਰਿਕਸ ਨੂੰ ਅਸੀਂ ਕੀ ਕਹਿੰਦੇ ਆ,
इदां दे डायलैक्ट्रिक्स नूं कहने आ लीनियर आइसोट्रोपिक डाइलैक्ट्रिक्स। आ चीज़ इंपॉर्टेंट आ, किहड़े हुंदे आ लीनियर आइसोट्रोपिक डाइलैक्ट्रिक्स? वो डाइलैक्ट्रिक्स ਉਹ नॉन पोलर मॉलीक्यूल्स जिन्हां नूं जदों इलैक्ट्रिक फील्ड दे विच रखिया जावे तां ओह पोलराइज हुंदे आ डायरैक्टली प्रोपोर्शनल टू अपलाइड इलैक्ट्रिक फील्ड एंड दी डाइपोल मोमेंट जिहड़ी बनदी आ इट इज़ ऑल्सो टूवर्ड्स दी अपलाइड इलैक्ट्रिक फील्ड। हुण आ जांदा केस साडा दूसरा, जदों असीं पोलर मॉलीक्यूल्स नूं एक्सटर्नल इलैक्ट्रिक फील्ड दे विच रखदे आ। पोलर मॉलीक्यूल्स नूं जदों एक्सटर्नल इलैक्ट्रिक फील्ड दे विच रखदे आ, क्योंकि बिना इलैक्ट्रिक फील्ड तो ही इन्हां दे विच डाइपोल मूवमेंट हुंदी आ ऑलरैडी। सो जे आपां इन्हां दी डायग्राम बनाउण दी कोशिश करिए भी किद्दां दे होणगे, जे आ पोलर मॉलीक्यूल आ तां पोलर मॉलीक्यूल दे विच पहिलां ही डाइपोल मूवमेंट्स अलाइनड हुंदियां ने, ਪਹਿਲਾਂ ਹੀ ਕੋਈ ਕਿੱਧਰ ਨੂੰ ਜਿਹੜੇ ਇਹਦੇ ਮੋਲੀਕਿਊਲਸ ਨੇ ਉਹਨਾਂ ਦੀ ਸ਼ੇਪ ਨੈਗੇਟਿਵ ਪੋਜ਼ਿਟਿਵ, ਕਿਉਂਕਿ ਪਹਿਲਾਂ ਹੀ ਦੂਰ ਹੁੰਦੇ ਆ। ਸੈਂਟਰਸ ਆਫ ਦੀ ਨੈਗੇਟਿਵ ਐਂਡ ਪੋਜ਼ਿਟਿਵ ਚਾਰजेस ਆਰ ਸੈਪਰੇਟਡ ਆਲਰੇਡੀ। ਸੋ ਮਾਈਨਸ ਪਲੱਸ ਮਾਈਨਸ ਪਲੱਸ ਪਲੱਸ ਮਾਈਨਸ ਮਾਈਨਸ ਪਲੱਸ ਪਲੱਸ ਮਾਈਨਸ ਪਲੱਸ ਮਾਈਨਸ ਮਾਈਨਸ ਪਲੱਸ, ਸੋ ਇੱਦਾਂ ਹੁੰਦੇ ਪਹਿਲਾਂ ਹੀ। ਪਰ ਨੈਟ डाइपोल मूवमेंट सारे सैंपल की जीरो होएगी जिन्नी देर असी इलैक्ट्रिक फील्ड नहीं अपलाई करते। हुण जदों इहनूं असी इलैक्ट्रिक फील्ड च रख दईए, मान लो असी इहनूं एक्सटर्नल इलैक्ट्रिक फील्ड च रखता, की होएगा भी आह वाले जिहड़े छोटे छोटे मॉलीक्यूल्स दे डाइपोल बने हुए ने, इन्हां ने अपने आप नूं अलाइन कर लेना, अपने आप नूं आपदी डायरैक्शन चेंज कर लेनी आ अकॉर्डिंग टू दी अपलाइड इलैक्ट्रिक फील्ड। सो ये फर्क आ साडा पोलर मॉलीक्यूल्स दा ते नॉन पोलर मॉलीक्यूल्स दा वैन दे आर प्लेसड इन एक्सटर्नल इलैक्ट्रिक फील्ड। हुण जिहड़ी इत्थे आपां नॉन पोलर मॉलीक्यूल्स की गल कीती सी भी डाइपोल मूवमेंट पैदा होगी, इत्थे एक क्वांटिटी बड़ी इंपॉर्टेंट जो आपां समझनी है, पोलराइजेशन पी। पोलराइजेशन की आ? डाइपोल मूवमेंट डिवैलप्ड पर यूनिट वॉल्यूम ऑफ, सो इनू असी पोलराइजेशन कहने आ। तो ये डायरैक्टली प्रोपोर्शनल होंदी आ अपलाइड इलैक्ट्रिक फील्ड दे। जेड़ा इलैक्ट्रिक फील्ड अपलाइड होगा उन्नी ज़्यादा पोलराइजेशन होएगी। पोलराइजेशन की है? इट इज़ दी डाइपोल मूवमेंट डिवैलप्ड इन ए डाइलैक्ट्रिक पर यूनिट वॉल्यूम। एक छोटे वॉल्यूम दे विच जे एक छोटा जिहा पीस लै लईए, उस पीस दे विच किन्नी डाइपोल मूवमेंट डिवैलप होगी, उहनूं की कहने आ? पोलराइजेशन। एंड इट इज़ डायरैक्टली प्रोपोर्शनल टू दी एक्सटर्नल इलैक्ट्रिक फील्ड। हुण जिहड़ा आह साइन ऑफ प्रोपोर्शनैलिटी आ, इहनूं असीं हटा दईए तां इह साडे कोल की बण जांदा? P इज़ इक्वल टू काई ई, इहनूं ई कह दिंदे काई ई। काई ई की आ? इट इज़ दी इलैक्ट्रिकल ससैप्टिबिलिटी। की कहने इहनूं? ससैप्टिबिलिटी, इलैक्ट्रिकल ससैप्टिबिलिटी। की मतलब है ਇਹਦਾ मतलब ये आ भी हर एक मटीरियल दी टेंडेंसी टू पोलराइज टू डिवैलप डाइपोल मूवमेंट डिपेंड करती आ ਉਹਦੇ स्ट्रक्चर ऑफ। सो हुण तक असीं इस सिट्टे ते पहुँच चुके हाँ भी जदों किसी डाइलैक्ट्रिक नूं इलैक्ट्रिक फील्ड दे विच रखिया जांदा तां ਉਹਦੇ ਵਿੱਚ पोलराइजेशन डिवैलप हो जाती है P, जिहड़ी कि बराबर हुंदी आ दी डाइपोल मूवमेंट डिवैलप्ड इन ए डाइलैक्ट्रिक पर यूनिट वॉल्यूम एंड इट इज़ डायरैक्टली प्रोपोर्शनल टू दी अपलाइड इलैक्ट्रिक फील्ड। तो कॉन्सटेंट ऑफ प्रोपोर्शनैलिटी नूं असीं रिमूव कर दईए, यह पोलराइजेशन साडे कोले बराबर आ जाती है काई ई इंटू ई। जिहड़ा काई ई है इट इज़ वेरी इंपॉर्टेंट कॉन्सटेंट। काई ई इज़ ए कॉन्सटेंट करैक्टरिस्टिक्स ऑफ द डाइलैक्ट्रिक। इनू कहने की असीं? इनू कहने असीं इलैक्ट्रिक ससैप्टिबिलिटी। इलैक्ट्रिक ससैप्टिबिलिटी।
ਸੋ ਇਹ ਹੁਣ ਹੈਗਾ ਕੀ ਆ ਸਰ, ਇਹ ਕਿਹੜੀ ਚੀਜ਼ ਨੂੰ ਸਿਗਨੀਫਾਈ ਕਰਦਾ? ਇਹ ਜਿਹੜਾ ਕੌਂਸਟੈਂਟ ਆ ਇਲੈਕਟ੍ਰੀਕਲ ਸਸੈਪਟੇਬਿਲਟੀ, ਇਹ ਜਿਹੜਾ ਸਬਸਟੈਂਸ ਡਾਇਲੈਕਟ੍ਰਿਕ ਆ ਉਹਦੀਆਂ ਮੋਲੀਕਿਊਲਰ ਪ੍ਰੋਪਰਟੀਜ਼ ਦੇ ਉੱਤੇ ਇਹਨੂੰ ਅਸੀਂ ਰਿਲੇਟ ਕਰ ਸਕਦੇ ਹਾਂ। ਮਤਲਬ ਕਿਸੇ ਸਬਸਟੈਂਸ ਵਾਸਤੇ ਇਹ ਪੋਜ਼ਿਟਿਵ ਹੋ ਸਕਦੀ ਆ, ਕਿਸੇ ਵਾਸਤੇ ਨੈਗੇਟਿਵ, ਕਿਸੇ ਵਾਸਤੇ ਇਹਦੀ ਵੈਲਿਊ ਹਾਈ ਹੋ ਸਕਦੀ ਆ, ਕਿਸੇ ਵਾਸਤੇ ਇਹਦੀ ਵੈਲਿਊ ਲੋ ਹੋ ਸਕਦੀ ਆ। ਮਤਲਬ ਇਟ ਡਿਪੈਂਡਸ ਅਪੋਨ ਦੀ ਪ੍ਰੋਪਰਟੀਜ਼ ਆਫ ਦੀ ਇੰਡੀਵਿਜੂਅਲ ਡਾਇਲੈਕਟ੍ਰਿਕ। ਹੁਣ ਅਸੀਂ ਇਸ ਸਿੱਟੇ ਤੇ ਪਹੁੰਚ ਗਏ ਹਾਂ ਵੀ ਜਦੋਂ ਵੀ ਅਸੀਂ ਕਿਸੇ ਡਾਇਲੈਕਟ੍ਰਿਕ ਨੂੰ, ਕਿਸੇ ਡਾਇਲੈਕਟ੍ਰਿਕ ਸਬਸਟੈਂਸ ਨੂੰ ਕਿਸੇ ਇਲੈਕਟ੍ਰਿਕ ਫੀਲਡ 'ਚ ਰੱਖਦੇ ਆ ਤਾਂ ਉਹਦੇ ਦੋਨੇ ਪਾਸੇ ਇੱਕ ਚਾਰਜ ਡੈਂਸਿਟੀ ਡਿਵੈਲਪ ਹੋ ਜਾਂਦੀ ਆ, ਐਂਡ ਇਸੇ ਕਰਕੇ ਇਹਨੂੰ ਅਸੀਂ ਡਾਇਲੈਕਟ੍ਰਿਕ ਕਹਿੰਦੇ ਆ। ਬਿਕੋਜ਼ ਪੋਲਰਾਈਜ਼ਡ ਡਾਇਲੈਕਟ੍ਰਿਕ ਆ ਜਿਹੜਾ, ਇਹ ਇਕੁਵਲੈਂਟ ਹੋ ਜਾਂਦਾ ਕਿਹਦੇ ਇਕੁਵਲੈਂਟ? ਟੂ ਚਾਰਜਡ ਸਰਫੇਸਿਸ। ਆ ਦੋ ਸਰਫੇਸਿਸ ਬਣ ਗਈਆਂ, ਇੱਕ ਸਾਡੀ ਇੱਧਰਲੇ ਪਾਸੇ ਵਾਲੀ ਨੰਬਰ 1 ਆ 2, ਦੋਨੇ ਸਰਫੇਸਿਸ ਕੀ ਨੇ? ਚਾਰਜਡ ਨੇ। ਤਾਂ ਜੇ ਦੋ ਸਰਫੇਸਿਸ ਚਾਰਜਡ ਨੇ, ਇਸ ਕਰਕੇ ਅਸੀਂ ਇਹਨੂੰ ਕੀ ਕਹਿ ਦਿੰਦੇ ਆ? ਡਾਈ ਇਲੈਕਟ੍ਰਿਕ। ਸੋ ਇਦਾਂ ਦੇ ਸਬਸਟੈਂਸ ਨੂੰ ਅਸੀਂ ਡਾਈ ਇਲੈਕਟ੍ਰਿਕ ਕਹਿ ਦਿੰਦੇ ਹਾਂ। ਹੁਣ ਜਦੋਂ ਇਹ ਦੋਨੇ ਚਾਰਜਡ ਸਰਫੇਸਿਸ ਹੋ ਗਈਆਂ ਤਾਂ ਇਹਦੇ ਵਿੱਚ ਇੱਕ ਆਪਣਾ ਇਲੈਕਟ੍ਰਿਕ ਫੀਲਡ ਵੀ ਡਿਵੈਲਪ ਹੋ ਜਾਂਦਾ, ਜਿਹਦੀ ਹੁਣ ਡਾਇਰੈਕਸ਼ਨ ਪੋਜ਼ਿਟਿਵ ਤੋਂ ਨੈਗੇਟਿਵ ਹੋਏਗੀ ਅਗੇਂਸਟ ਦੀ ਐਕਸਟਰਨਲ ਇਲੈਕਟ੍ਰਿਕ ਫੀਲਡ। ਇਹਦਾ ਮਤਲਬ ਇਹ ਹੋਇਆ, ਜੇਕਰ ਮੈਂ ਇਸ ਇਲੈਕਟ੍ਰਿਕ ਫੀਲਡ ਨੂੰ ਮੈਂ EP ਕਹਿ ਦਿੰਦਾ ਬਿਕੋਜ਼ ਇਹ ਇਲੈਕਟ੍ਰਿਕ ਫੀਲਡ ਪੋਲਰਾਈਜੇਸ਼ਨ ਕਰਕੇ ਆਇਆ, ਤਾਂ ਮੇਰੇ ਕੋਲੇ ਜਿਹੜਾ ਨੈਟ ਇਲੈਕਟ੍ਰਿਕ ਫੀਲਡ ਹੋਏਗਾ ਵਿਦਨ ਦੀ ਡਾਇਲੈਕਟ੍ਰਿਕ ਥਰੂ ਆਊਟ ਦੀ ਡਾਇਲੈਕਟ੍ਰਿਕ, ਉਹਦੀ ਵੈਲਿਊ ਕੀ ਹੋਏਗੀ? ਰਿਡਿਊਸ ਹੋ ਜਾਏਗੀ। ਸੋ ਜੇਕਰ ਆਪਾਂ ਕਿਸੇ ਇਲੈਕਟ੍ਰਿਕ ਫੀਲਡ ਦੇ ਵਿੱਚ ਡਾਇਲੈਕਟ੍ਰਿਕ ਨੂੰ ਰੱਖਦੇ ਹਾਂ ਤਾਂ ਡਾਇਲੈਕਟ੍ਰਿਕ ਵਾਲੀ ਜਗ੍ਹਾ ਦੇ ਉੱਤੇ ਜਿਹੜਾ ਟੋਟਲ ਇਲੈਕਟ੍ਰਿਕ ਫੀਲਡ ਹੈ ਇਟ ਵਿਲ ਬੀ ਰਿਡਿਊਸਡ। ਹੁਣ ਇੱਥੇ ਨਾਲ ਅਸੀਂ ਇਹ ਵੀ ਧਿਆਨ ਰੱਖਣਾ ਵੀ ਜਿਹੜਾ ਇਹ ਇਲੈਕਟ੍ਰਿਕ ਫੀਲਡ EP ਡਿਵੈਲਪ ਹੋਇਆ, ਇਟ ਇਜ਼ ਡਿਊ ਟੂ ਦੀ ਬਾਉਂਡ ਚਾਰਜਸ। ਬਾਉਂਡ ਚਾਰਜਸ ਕਰਕੇ ਡਿਵੈਲਪ ਹੋਇਆ। ਜਿਹੜੇ ਅੰਦਰਲੇ ਔਰਬਿਟਸ ਦੇ ਵਿੱਚ ਇਲੈਕਟ੍ਰੋਨ ਸੀ ਉਹ ਥੋੜ੍ਹੇ ਜਿਹੇ ਨੈਗੇਟਿਵ ਇਲੈਕਟ੍ਰਿਕ ਕਲਾਊਡ ਸੀ ਜਿਹੜਾ ਮੋਲੀਕਿਊਲ ਦਾ, ਉਹ ਪੋਜ਼ਿਟਿਵ ਚਾਰਜਸ ਦੇ ਸੈਂਟਰ ਤੋਂ ਪਰੇ ਹੋ ਗਿਆ, ਉਹਦੇ ਕਰਕੇ ਹੋਇਆ। ਸੋ ਇਹ ਚੀਜ਼ ਨੂੰ ਅਸੀਂ ਧਿਆਨ ਦੇ ਵਿੱਚ ਰੱਖਣਾ। ਸੋ ਇਹ ਸਾਡੇ ਅੱਜ ਦੇ ਲੈਕਚਰ ਦਾ ਜੋ ਮਟੀਰੀਅਲ ਸੀ, ਸੋ ਇਹਨੂੰ ਤੁਸੀਂ ਧਿਆਨ ਨਾਲ ਸਮਝ ਲੈਣਾ ਹੈ। ਲਾਈਟ ਚਲੀ ਜਾਣ ਕਰਕੇ ਮੈਨੂੰ ਬਾਅਦ ਦੇ ਵਿੱਚ ਇਹ ਦੁਬਾਰੇ ਐਡ ਕਰਨਾ ਪਿਆ। ਸੋ ਆਈ ਥਿੰਕ ਤੁਹਾਨੂੰ ਇਹ ਪੂਰਾ ਲੈਕਚਰ ਸਮਝ ਆ ਗਿਆ ਹੋਵੇਗਾ। ਸੋ ਥੈਂਕ ਯੂ ਵੈਰੀ ਮੱਚ।